ਜਿਤ ਡਿਠਾ ਗੁਰਦਰਸਾਰ, ਸੱਜਣ ਸੱਚਾ ਪਾਤਸ਼ਾਹ। ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ ਕੁਰਸ ਝਟਿਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕਟਿਐ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਰਤਨਾ ਰਤਨ ਪਦਾਰਥ, ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੇ, ਤਿਨ ਹੱਥ ਚੜਿਆ ਰਾਮ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਇ। ਅੰਧ ਲਖੈ ਬਦਰਾ ਸੁਨਾਇ, ਜੋ ਕਾਲ ਕਿਰਪਾ ਕਰਾਇ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੈ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਉ। ਸੁਖ ਭਇਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਵਖਾਨਾ। ਜਲ ਥਲ ਨੀਰ ਭਰੇ ਸਰ ਸੁਬਰ, ਬਿਰਥਾ ਕੋਇ ਨਾ ਜਾਏ ਜਿਉ। ਦਇਆ ਧਾਰੀ ਤਿਨ ਸਿਰਜਣਹਾਰੇ, ਜੀ ਜੰਤ ਸਗਲੇ ਪ੍ਰਤਪਾਰੇ। ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਅਗਾਏ ਜਿਉ। ਵਾਣ ਤ੍ਰਿਣ ਤ੍ਰਿਭਵਨ ਕੀਤੋ ਨ ਹਰਿਆ, ਕਰਨ ਹਾਰ ਖਿਨ ਭੀਤਰ ਕਰਿਆ। ਗੁਰਮੁਖ ਨਾਨਕ ਤਿਸੇ ਅਰਾਧੇ, ਮਨ ਕੀ ਆਸ ਪੁਜਾਏ ਜਿਉ। ਵਾਣ ਤ੍ਰਿਣ ਤ੍ਰਿਭਵਨ ਕੀਤੋ ਨ ਹਰਿਆ, ਕਰਨ ਹਾਰ ਖਿਨ ਭੀਤਰ ਕਰਿਆ।
ਗੁਰਮੁਖ ਨਾਨਕ ਤਿਸੈ ਆਰਾਧੇ। ਮਨ ਕੀ ਆਸ ਪੁਜਾਏ ਜਿਉ, ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੈ ਪਰਮ ਗਤ ਮੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਅੰਦਰ ਸੁਰਤ ਬਿਰਤ ਕਰਕੇ ਗੁਰੂ ਸ਼ਬਦ ਨਾਲ ਜੁੜੇ ਸਮੂਹ ਸਤਸੰਗੀ ਜਨੋ, ਆਪ ਜੀ ਸਰਬੱਤਰ ਸੰਗਤਾਂ ਵਡਭਾਗੇ ਹੋ, ਧੰਨਤਾ ਦੇ ਯੋਗ ਹੋ, ਜਿਨ੍ਹਾਂ ਨੂੰ ਜੀਵਨ ਜ਼ਿੰਦਗੀ ਦਾ ਕੁਝ ਸਮਾਂ ਸਤਿਗੁਰੂ ਜੀ ਦੇ ਪਾਵਨ ਸ਼ਬਦ ਨਾਲ ਜੁੜ ਕਰਕੇ ਸਫਲ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਅਥਵਾ ਧੁਰ ਕੀ ਬਾਣੀ ਆਈ, ਤਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਬਾਨਾ, ਹਰ ਨਾਨਕ ਸਾਚ ਵਖਾਨਾ। ਅੰਮ੍ਰਿਤ ਬਾਣੀ ਮਿੱਠੀ ਸਾਚੀ ਅੰਮ੍ਰਿਤ ਧਾਰ। ਜੋ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਹੈ, ਸੱਚੀ ਬਾਣੀ ਹੈ, ਮਿੱਠੀ ਹੈ, ਇਕਸਾਰ ਧਾਰਾ ਰੂਪ ਹੈ, ਇਕਸਾਰ ਪ੍ਰਵਾਹ ਹੈ। ਅੰਮ੍ਰਿਤ ਬਾਣੀ ਮਿੱਠੀ ਸਾਚੀ ਅੰਮ੍ਰਿਤ ਧਾਰ, ਸੱਚੀ ਅੰਮ੍ਰਿਤ ਧਾਰਾ। ਅੰਮ੍ਰਿਤ ਉਹ ਪਦਾਰਥ ਜਿਹੜਾ ਗ੍ਰਹਿਣ ਕਰਨ ਵਾਲੇ ਨੂੰ, ਛਕਣ ਵਾਲੇ ਨੂੰ ਅਮਰ ਕਰ ਦੇਵੇ, ਮਿਰਤੂ ਤੋਂ ਰਹਿਤ ਕਰ ਦੇਵੇ, ਉਹਨੂੰ ਅੰਮ੍ਰਿਤ ਕਹਿੰਦੇ। ਜੋ ਸਤਿਗੁਰਾਂ ਨੇ ਪੰਜਾਂ ਪਿਆਰਿਆਂ ਰਾਹੀਂ ਅੰਮ੍ਰਿਤ ਦੀ ਪਹੁਲ ਆਪ ਵੀ ਛਕੀ। ਪਹਿਲਾਂ ਅੰਮ੍ਰਿਤ ਦੀ ਪਹੁਲ ਤਿਆਰ ਕਰਕੇ ਪੰਜਾਂ ਨੂੰ ਛਕਾਈ ਤੇ ਉਹ ਅੰਮ੍ਰਿਤ ਖੰਡੇ ਬਾਟੇ ਦੀ ਪਹੁਲ ਦਾ ਅੰਮ੍ਰਿਤ ਵੱਜਦਾ ਹੈ। ਦੂਜਾ ਹੈ ਨਾਮ ਅੰਮ੍ਰਿਤ, ਜਿਵੇਂ ਮਹਾਰਾਜ ਬਾਣੀ ਚ ਕਹਿੰਦੇ ਨੇ, ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾ। ਇੱਕ ਅੰਮ੍ਰਿਤ ਆਪਾਂ ਪੰਜਾਂ ਪਿਆਰਿਆਂ ਦੇ ਪਾਸੋਂ ਹਾਸਲ ਕਰਦੇ ਹਾਂ। ਇੱਕ ਅੰਮ੍ਰਿਤ ਮਹਾਰਾਜ ਕਹਿੰਦੇ ਅੰਦਰ ਹੈ, ਦੇਹੀ ਦੇ ਵਿੱਚ ਉਹਦਾ ਟਿਕਾਣਾ ਹੈ। ਹੁਣ ਅੰਦਰਲੇ ਅੰਮ੍ਰਿਤ ਨੂੰ ਪ੍ਰਗਟ ਕਰਨਾ ਹੋਵੇ, ਨੌਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ, ਉਹਨੂੰ ਪ੍ਰਗਟ ਕਰਨਾ ਹੋਵੇ ਤੇ ਉਹਦੇ ਲਈ ਪਹਿਲਾਂ ਬਾਹਰਲਾ ਅੰਮ੍ਰਿਤ ਜਾਚਨਾ ਕਰਕੇ ਪੰਜਾਂ ਪਿਆਰਿਆਂ ਪਾਸੋਂ ਖੰਡੇ ਬਾਟੇ ਦੀ ਪਹੁਲ ਛਕ ਕਰਕੇ ਫਿਰ ਉਹ ਪੰਜਾਂ ਪਿਆਰਿਆਂ ਦੇ ਦੱਸੇ ਹੋਏ ਉਪਦੇਸ਼ ਤੇ ਚੱਲ ਕੇ ਰਹਿਤ ਵੈਤ ਚ ਰਹਿ ਕਰਕੇ ਗੁਰੂ ਸ਼ਬਦ ਦੀ ਕਮਾਈ ਕਰਕੇ ਗੁਰੂ ਦੀ ਦੱਸੀ ਹੋਈ ਰਹਿਣੀ ਬਹਿਣੀ ਤੇ ਚੱਲ ਕਰਕੇ ਉਹਨੂੰ ਅੰਦਰਲੇ ਅੰਮ੍ਰਿਤ ਨੂੰ ਪ੍ਰਗਟ ਕਰਨਾ। ਤੀਜਾ ਅੰਮ੍ਰਿਤ ਆ ਬਾਣੀ ਰੂਪ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਅੰਮ੍ਰਿਤ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਅੱਜ ਦਾ ਜੋ ਪਾਵਨ ਸ਼ਬਦ ਹੁਣੇ ਆਪ ਜੀ ਨੇ ਸਰਵਣ ਕੀਤਾ, ਵਿਚਾਰ ਗੋਚਰਾ ਪ੍ਰਾਪਤ ਹੋਇਆ, ਉਹਦੇ ਚ ਵੀ ਅੰਮ੍ਰਿਤ ਦੀ ਹੀ ਗੱਲ ਸਤਿਗੁਰੂ ਜੀ ਨੇ ਵਰਣਨ ਕਰਨੀ ਕੀਤੀ। ਕੱਲ ਜਿਹੜਾ ਪਾਵਨ ਸ਼ਬਦ ਵਿਚਾਰਿਆ ਸੀ ਉਹ ਵੀ ਬਾਣੀ ਦੇ ਪ੍ਰਥਾਏ ਸੀ। ਸਫਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨੈ ਬਿਰਲੇ ਜਾਣੀ। ਧਨ ਸੋ ਵੇਲਾ ਜਿਤ ਗਾਵਤ ਸੁਣਨਾ, ਆਏ ਤੇ ਪਰਵਾਨਾ ਜੀ। ਇੱਥੇ ਵੀ ਬਾਣੀ ਦੀ ਗੱਲ ਕੀਤੀ ਸੀ
ਤੇ ਜੋ ਹੁਣੇ ਸ਼ਬਦ ਇਦੋਂ ਅਗਲਾ ਸਰਵਣ ਕੀਤਾ ਉਹਦੇ ਚ ਤਾਂ ਮਹਾਰਾਜ ਨੇ ਬਾਣੀ ਨੂੰ ਬੜਾ ਸਰਵਉੱਚ ਸਥਾਨ, ਤਨ ਤੇ ਮਨ ਦੀ ਸ਼ਾਂਤਮਨਾ ਦਾ ਸਾਧਨ ਦੱਸਣਾ ਕੀਤਾ। ਸੋ ਬਾਣੀ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਹਿਰਦੇ ਵਿੱਚ ਵਸਦਾ ਹੈ, ਤੇ ਖੰਡੇ ਬਾਟੇ ਦੀ ਪੌਲ ਅੰਮ੍ਰਿਤ ਹੈ। ਇਹ ਤਿੰਨੋਂ ਹੀ ਅੰਮ੍ਰਿਤ ਜਿਹੜੇ ਨੇ ਗੁਰਸਿੱਖ ਜਗਿਆਸੂ ਭੋਗਦੇ ਹਨ, ਛਕਦੇ ਹਨ। ਬਾਹਰੋਂ ਅੰਮ੍ਰਿਤ ਛਕਿਆ ਤੇ ਤਦੋਂ ਹੀ ਅੰਦਰਲਾ ਅੰਮ੍ਰਿਤ ਪ੍ਰਗਟ ਹੋਵੇਗਾ। ਛੋਟੀ ਜਿਹੀ ਉਦਾਹਰਨ ਦਿੰਦਾ ਚੱਲਦਾ ਕਿ ਜਿਵੇਂ ਕਿਸੇ ਸਮੇਂ ਨਲਕਾ ਕੋਈ ਲਾਉਂਦਾ, ਧਰਤੀ ਦੇ ਵਿੱਚ ਬੋਰਿੰਗ ਕਰਕੇ, ਬੋਰ ਕਰਕੇ ਉਹਦੇ ਵਿੱਚ ਸਾਰਾ ਥੱਲੇ ਤੋਂ ਲੈ ਕੇ ਫਿਲਟਰ, ਬੋਕੀ, ਮਸ਼ੀਨ ਤੇ ਸਾਰਾ ਕੁਝ ਫਿੱਟ ਕਰ ਦਿੰਦਾ। ਫਿਰ ਡੰਡੀ ਵੀ ਲਾਉਂਦਾ ਉੱਤੇ ਹੱਥੀ ਨਲਕਾ ਗੇੜਨ ਵਾਲੀ, ਡੰਡੀ ਮਾਰਦਾ, ਪਾਣੀ ਕੋਈ ਨਹੀਂ ਆਉਂਦਾ। ਪਾਣੀ ਦੇ ਹੈ ਧਰਤੀ ਦੇ ਵਿੱਚ ਹੈ, ਪਾਈਪ ਥੱਲੇ ਗਈ ਹੋਈ ਹੈ, ਮਸ਼ੀਨ ਉੱਤੇ ਫਿੱਟ ਹੋਈ ਹੈ, ਬੋਕੀ ਲੱਗੀ ਹੋਈ ਹੈ, ਹੱਥੀ ਮਾਰ ਰਿਹਾ, ਪਾਣੀ ਨਹੀਂ ਆ ਰਿਹਾ। ਜਿਹੜਾ ਮਿਸਤਰੀ ਸਿਆਣਾ ਹੁੰਦਾ ਉਹ ਪਾਣੀ ਕਹਿੰਦਾ ਏਦਾਂ ਨਹੀਂ ਆਉਣਾ। ਕਿੱਦਾਂ ਆਉਣਾ ਜੀ? ਕਹਿੰਦੇ ਪਹਿਲਾਂ 2 ਬਾਲਟੀਆਂ ਪਾਣੀ ਲਿਆਓ। ਉਹ ਬਾਹਰੋਂ ਪਾਣੀ ਭਰ ਕੇ ਲਿਆਂਦਾ ਜਾਂਦਾ ਹੈ, ਉਹਦੇ ਵਿੱਚ ਪਾਇਆ ਜਾਂਦਾ ਮਸ਼ੀਨ ਦੇ, ਮਸ਼ੀਨ ਦੇ ਵਿੱਚ ਪਾਇਆ ਪਾਣੀ, ਭਰਤੀ। ਕਹਿੰਦਾ ਹੁਣ ਮਾਰੋ ਬੋਕੀ। ਫਿਰ ਉਹ ਜਿਹੜਾ ਥੱਲੇ ਵਾਲ ਹੁੰਦਾ ਉਹਦੇ ਉੱਤੇ ਪਾਣੀ ਦਾ ਪ੍ਰੈਸ਼ਰ ਹੋ ਜਾਂਦਾ, ਉੱਪਰੋਂ ਪਾਏ ਪਾਣੀ ਦਾ ਪ੍ਰੈਸ਼ਰ, ਹਵਾ ਵਿੱਚੋਂ ਨਿਕਲ ਜਾਂਦੀ ਹੈ। ਫਿਰ ਉਹ ਹੇਠਲੇ ਪਾਣੀ ਨੂੰ ਤਾਹ ਨੂੰ ਖਿੱਚਦਾ, ਡੰਡੀ ਤੇ ਬੋਕੀ ਤੇ ਹੱਥ ਮਾਰਿਆ ਖਿੱਚਣ ਦੇ ਨਾਲ ਉਹ ਜਿਹੜਾ ਮਸ਼ੀਨ ਦੇ ਥੱਲੇ ਪਾਣੀ ਧਰਤੀ ਦੇ ਵਿੱਚ ਹੈ ਉਹਨੂੰ ਪਾਣੀ ਤਾਹ ਖਿੱਚ ਲੈਂਦਾ। ਨਾਮ ਸ਼ਬਦ ਦਾ ਅਭਿਆਸ ਵਾਰ-ਵਾਰ, ਪੁਨः ਡੰਡੀ ਮਾਰਨੀ, ਹੱਥੀ ਗੇੜਨੀ, ਗੁਰਬਾਣੀ ਦਾ ਜਾਪ ਹੱਥੀ ਫੇਰਨੇ, ਨਲਕਾ ਗੇੜਨਾ ਹੀ ਹੈ। ਵਾਰ-ਵਾਰ ਮੂਲ ਮੰਤਰ ਦਾ, ਗੁਰਮੰਤਰ ਦਾ, ਗੁਰਬਾਣੀ ਦਾ ਅਭਿਆਸ ਕਰਨਾ। ਇਹ ਨਲਕੇ ਦੀ ਹੱਥੀ ਗੇੜਨੀ ਹੈ ਤੇ ਬਾਹਰੋਂ ਪਾਇਆ ਹੋਇਆ ਪਾਣੀ ਉਹ ਹੇਠਲੇ ਪਾਣੀ ਨੂੰ ਵੀ ਤਾਂ ਖਿੱਚ ਲਿਆਉਂਦਾ। ਹੇਠਲਾ ਤੇ ਉੱਪਰਲਾ ਪਾਣੀ ਇੱਕ ਹੋ ਜਾਂਦਾ। ਥੋੜਾ ਸਮਾਂ ਗੇੜਦੇ ਰਹੋ, ਹੇਠੋਂ ਸਾਫ਼ ਸੁਥਰਾ ਪਾਣੀ ਚਾਂਦੀ ਰੰਗਾ ਨਿਕਲ ਆਉਂਦਾ। ਇਵੇਂ ਜਿਵੇਂ ਬਾਣੀ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਖੰਡੇ ਬਾਟੇ ਦੀ ਪੌਲ ਅੰਮ੍ਰਿਤ ਹੈ। ਸੋ ਉਹਦੇ ਬਾਬਤ ਹੁਣ ਸਤਿਗੁਰੂ ਜੀ ਕਹਿ ਰਹੇ ਨੇ, ਭਾਈ ਸਾਰੇ ਬਾਣੀ ਦਾ ਹੀ ਪਸਾਰ ਹੈ, ਬਾਣੀ ਦੀ ਹੀ ਮਹਿਮਾ ਹੈ, ਬਾਣੀ ਦੀ ਹੀ ਉਪਮਾ ਹੈ, ਬਾਣੀ ਦੀ ਹੀ ਵਡਿਆਈ ਹੈ। ਤਾਂ ਤੇ ਪਾਵਨ ਸ਼ਬਦ 103 ਅੰਗ ਤੇ ਸੁਸ਼ੋਭਿਤ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ। ਆਓ ਪਾਵਨ ਸ਼ਬਦ ਚ ਜੁੜੀਏ ਜੀ। ਮਾਝ ਮਹੱਲਾ ਪੰਜਵਾ। ਅੰਮ੍ਰਿਤ ਬਾਣੀ ਹਰ ਹਰ ਤੇਰੇ। ਹੇ ਵਾਹਿਗੁਰੂ ਜੀਓ, ਤੇਰੀ ਅੰਮ੍ਰਿਤਮੈ ਬਾਣੀ ਸਭ ਨੂੰ ਹਰਿਆ ਭਰਿਆ ਕਰਨ ਵਾਲੀ। ਅੰਮ੍ਰਿਤ ਬਾਣੀ ਹਰ ਹਰ ਤੇਰੇ। ਹੇ ਵਾਹਿਗੁਰੂ ਹਰੀ ਸਰੂਪ, ਲੋਕ ਪਰਲੋਕ ਦੇ ਸਹਾਇਤਾ ਕਰਤਾ। ਹੇ ਵਾਹਿਗੁਰੂ, ਆਪ ਜੀ ਦੀ ਅੰਮ੍ਰਿਤਮੈ ਬਾਣੀ ਹੈ ਜਿਹੜੀ, ਉਹਨੂੰ ਸੁਣ ਸੁਣ ਕੇ, ਸੁਣ ਸੁਣ ਹੋਵੇ ਪਰਮਗਤ ਮੇਰੀ। ਸੁਣ ਸੁਣ ਕੇ ਉਸ ਅੰਮ੍ਰਿਤਮੈ ਬਾਣੀ ਨੂੰ ਮੇਰੀ ਅਵਸਥਾ ਹੋਰ ਉਚੇਰੀ ਹੁੰਦੀ। ਅਧਿਆਤਮਕ ਅਵਸਥਾ, ਪਰਮਾਰਥਕ ਅਵਸਥਾ ਹੋਰ ਉੱਚੀ ਹੁੰਦੀ ਹੈ। ਸੁਣ ਸੁਣ ਹੋਵੇ ਪਰਮਗਤ ਮੇਰੀ। ਪਰਮਗਤ ਹੁੰਦੀ ਸਭ ਤੋਂ ਸ਼੍ਰੋਮਣ ਅਵਸਥਾ।
उच्च आत्मक अवस्था, उच्च आत्मक अडोलता। सुन सुन होवै परमगत मेरी, जलन बुझी शीतल होए मनुआ। जलन बुझ गई, मनुआ शीतल हो गया। जलन बुझे शीतल होए मनुआ, सतगुर का दर्शन पाए जियो। शब्दा अवतार सतगुरु श्री गुरु ग्रंथ साहिब जी महाराज जी दे दर्शन पा के बाणी स्वरूप सतगुरां दे, शब्द स्वरूप सतगुरां दे पावन दर्शन करके मेरी जलन बुझ गई। जलन बुझी एक हुंदा पाठ, बुझी जिवें इत्थे आया। कोई कहंदा वो अग बलदी सी हुण बुझ गई, शांत हो जाना। अग्नि दा बुझ जाना, दीवे दा बुझ जाना। ते भला जे कोई उत्ते अदक ला के पाठ कर दवे बुझी, उहदा अर्थ बदल जाता। बुझी तो भाव हो गया किसी दी कोई पाई हुई बुझारत बुझ लई, समझ लई। आखे जी तुसी ये गल बुझदे हो, बुझारतां पाउंदे ना बच्चे आपस विच, बुझारत बुझणी। उथे अर्थ बदल गया, उथे अदक नाल हो गया। इस करके पाठ करना बुझी। जलन बुझी शीतल होए मनुआ, मनुआ शीतल हो गया, ठंडा ठार हो गया, जिहड़ा पहला भटकना अधीन सी। सतगुर का दर्शन पाए जियो, सतगुरां दा दर्शन दीदार कीता जदों सिख ने बाणी दे विचों। गुरबाणी जिहड़ी है सतगुरां दा भाई हिरदा है। अखरां दी तासीर जिहड़ी अखरां दे अर्थ ने वो सतगुरां दे हिरदे दी जिहड़ी साडे लई समझाइश है वो सानू समझा दिंदे। अखर बहुत कुछ समझाउंदा, सब कुछ ही समझाउंदा। अजकल सिस्टम आ गया, तुसीं किसी मंजिल ते पहुंचना है पर तुसीं अगे उस रस्ते ते कदे गए नहीं। तुहाडे मोबाइल दे विच एक सिस्टम आ, ओनू तुसीं क्लिक करके स्क्रीन ते लिया के उस मंजिल दा टिकाणा जिहड़ा वो सारा एड्रैस फीड कर दिओ ते ड्राइविंग दे नाल चलदे चलो। ओदे मुताबक अपने आप बोल बोल के दस दवेगा कि इत्थों लैफ्ट, इत्थों राइट, इत्थों इन्ने मीटर अगे जाके, इन्ने फुट अगे जाके फिर सज्जे फिर खब्बे दसी जांदा। बोल है ना, वो मशीन बोलदी है कि इत्थों इन्ने मीटर अगे जाके लैफ्ट नूं होना, इन्ने मीटर अगे जाके सज्जे खब्बे नूं होना, सब दस दिंदी। शब्द ने दसिया, कन्ना ने सुनिया। होर ये सिस्टम जदों अजे नहीं सी आया ते जिहड़े माइल स्टोन हुंदे सी, मील पत्थर सड़कां दे कंढे हुण भी लगे ने। हाईवे ते जाओ, सज्जे खब्बे जिधर नूं कोई शहर कस्बा आउंदा उधर नूं एरो मार्क लगा हुंदा है। थल्ले उथों दूरी किन्नी, डिस्टेंस किन्नी है वो लिखिया हुंदा भी फलाना पिंड इत्थों इन्ने किलोमीटर। बंदा कहंदा मैं भी ते इसे पिंड जाना सी, इहदे नेड़े ही आ गया, इहदे सामने आ गया। वो मील पत्थर दे उत्ते लिखे हुए हरफां ने, अखरां ने दस दिता भी इधर नूं तेरी मंजिल है मित्रा। इस प्रकार शब्द सोझी दिंदा है भाई। गुरबाणी दा कल्ला कल्ला अखर, कल्ली कल्ली पंक्ति मनुखी मन नूं सेध दिंदी है, मार्गदर्शन करदी है। इस करके जलन बुझी शीतल होए मनुआ, सतगुर का दर्शन पाए जियो।
ਸਾਹਿਬਾਂ ਦੇ ਸ਼ਬਦ ਸਰੂਪ ਸਤਿਗੁਰਾਂ ਦੇ ਦਰਸ਼ਨ ਪਾ ਕਰਕੇ, ਅੰਮ੍ਰਿਤਮय ਬਾਣੀ ਦੇ ਦਰਸ਼ਨ ਕਰਕੇ, ਪੜ੍ਹ ਕੇ, ਸੁਣ ਕੇ, ਸਮਝ ਕੇ, ਤੇ ਸਾਰੇ ਮਨ ਨੂੰ ਵੀ ਤਨ ਨੂੰ ਵੀ ਠੰਡਕ ਪ੍ਰਾਪਤ ਹੁੰਦੀ। ਸੂਖ ਭਇਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਵਖਾਨਾ। ਸੁਖ ਪ੍ਰਾਪਤ ਹੋਏ, ਦੁੱਖ ਦੂਰ ਭੱਜ ਗਏ, ਪਰਾਨਾ ਕਹੀਏ ਪਰੇ ਚਲੇ ਗਏ, ਪਰੇ ਤੋਂ ਪਰੇ ਦੂਰ ਚਲੇ ਗਏ। ਮਨ ਨੂੰ ਸੁਖ ਪ੍ਰਾਪਤ ਹੋਇਆ। ਸੰਤ ਰਸਨ, ਸੰਤ ਜਨਾਂ ਦੀ ਰਸਨਾ ਤੋਂ ਜਦੋਂ ਨਾਮ ਦੀ ਮਹਿਮਾ ਸੁਣਨੀ ਕੀਤੀ, ਵਖਿਆਨ ਕੀਤੀ ਹੋਈ ਨੂੰ ਸੁਣਿਆ ਤੇ ਜੀਵਨ ਵਿੱਚ ਸੁਖ ਪ੍ਰਵੇਸ਼ ਕੀਤਾ। ਸੂਖ ਭਇਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਵਖਾਨਾ। ਜਲ ਥਲ ਨੀਰ ਭਰੇ ਸਰ ਸੁਬਰ, ਬਿਰਥਾ ਕੋਈ ਨਾ ਜਾਏ ਜੀਉ। ਜਲਾਂ ਵਿੱਚ ਥਲਾਂ ਵਿੱਚ ਨੀਰ ਪਾਣੀ ਭਰੇ ਸਰ ਸੁਬਰ, ਉੱਚੇ ਨੀਵੇਂ ਜਿਹੜੇ ਸਰ ਕਹੀਏ ਤਾਲਾਬ ਸੀ। ਜਦੋਂ ਅੰਮ੍ਰਿਤਮय ਬਾਣੀ ਦੀ ਵਰਖਾ ਹੋਈ, ਕੀ ਉੱਚੀ ਅਵਸਥਾ ਵਾਲੇ, ਕੀ ਨੀਵੀਂ ਅਵਸਥਾ ਵਾਲੇ, ਉਹ ਸਾਰੇ ਹੀ ਮਨ ਕਰਕੇ ਤ੍ਰਿਪਤ ਹੋ ਗਏ, ਰੱਜ ਗਏ। ਜਲ ਥਲ ਨੀਰ ਭਰੇ ਸਰ ਸੁਬਰ, ਸੁਬਰ ਕਹੀਏ ਲਬਾ ਲਬ। ਜਿਵੇਂ ਬਾਰਿਸ਼ ਪਈ ਤੋਂ ਪਿਆਰਿਓ, ਛੋਟੇ ਵੱਡੇ ਉੱਚੇ ਨੀਵੇਂ ਥਾਵਾਂ ਤੇ ਬਣੇ ਹੋਏ ਟੋਭੇ, ਤਾਲਾਬ, ਸਰੋਵਰ, ਢਾਬਾਂ ਸਾਰੀਆਂ ਲਬਾਲਬ ਭਰ ਜਾਂਦੀਆਂ ਨੇ। ਇਵੇਂ ਅੰਮ੍ਰਿਤਮय ਗੁਰਬਾਣੀ ਦੇ ਦੁਆਰਾ ਉੱਚੀ ਨੀਵੀਂ ਬਿਰਤੀ ਵਾਲੇ ਸਾਰੇ ਹੀ ਲਾਭਵੰਤਿਤ ਹੁੰਦੇ ਹਨ। ਤਾਤੇ ਸੂਖ ਭਇਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਵਖਾਨਾ। ਜਲ ਥਲ ਨੀਰ ਭਰੇ ਸਰ ਸੁਬਰ, ਬਿਰਥਾ ਕੋਈ ਨਾ ਜਾਏ ਜੀਉ। ਕੋਈ ਉਸ ਮਾਲਕ ਦੀ ਕਿਰਪਾ ਤੋਂ ਫਿਰ ਬਿਰਥਾ ਖਾਲੀ ਨਹੀਂ ਜਾਂਦਾ। ਦਇਆ ਧਾਰੀ ਤਿਨ ਸਿਰਜਨਹਾਰੇ, ਜੀ ਜੰਤ ਸਗਲੇ ਪ੍ਰਤਪਾਰੇ। ਸਿਰਜਣਹਾਰ ਪ੍ਰਮਾਤਮਾ ਨੇ ਜਦੋਂ ਦਇਆ ਕੀਤੀ, ਮਿਹਰਬਾਨਗੀ ਧਾਰਨ ਕੀਤੀ, ਇਹ ਸਾਰੇ ਉੱਚੇ ਨੀਵੀਂ ਬਿਰਤੀ ਵਾਲੇ ਸਾਰੇ ਜੀ ਜੰਤ ਸਭਨਾਂ ਪ੍ਰਤਪਾਲਣਾ ਕੀਤਾ, ਸਭਨਾਂ ਦੀ ਪਾਲਣਾ ਪੋਸ਼ਣਾ ਕੀਤੀ। ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਅਗਾਏ ਜੀਉ। ਕਿਸੇ ਦੀ ਕੋਈ ਭੁੱਖ ਰਹਿਣ ਹੀ ਨਹੀਂ ਦਿੱਤੀ ਪਰਮਾਤਮਾ ਨੇ, ਸਾਰਿਆਂ ਨੂੰ ਤ੍ਰਿਪਤੀ ਬਖਸ਼ੀ। ਮਿਹਰਬਾਨ ਕਿਰਪਾਲ ਦਿਆਲਾ, ਦਿਆਲਾ ਦਇਆ ਦਾ ਘਰ, ਕਿਰਪਾ ਦਾ ਘਰ, ਮਿਹਰਬਾਨਗੀ ਦਾ ਘਰ। ਮਿਹਰਬਾਨ ਕਿਰਪਾਲ ਦਿਆਲਾ, ਕਿਰਪਾਲੂ ਦਿਆਲੂ ਮਿਹਰਬਾਨ ਪ੍ਰਭੂ ਤੋਂ ਸਾਰੇ ਹੀ ਜੀਵ ਤ੍ਰਿਪਤ ਹੋਏ, ਸਗਲੇ ਤ੍ਰਿਪਤ ਆਗਾਏ ਜੀਉ। ਵਣ ਤ੍ਰਿਣ ਤ੍ਰਿਭਵਨ ਕੀਤੋ ਨ ਹਰਿਆ। ਪਰਮਾਤਮਾ ਦੀ ਦਇਆ ਦ੍ਰਿਸ਼ਟੀ ਹੋਈ, ਉਹਦੀ ਅੰਮ੍ਰਿਤਮय ਬਾਣੀ ਦਾ ਪ੍ਰਤਾਪ ਪਸਰਿਆ। ਵਣ ਵੀ ਤ੍ਰਿਣ ਕੱਖ ਡੱਕੇ, ਤ੍ਰਿਭਵਨ ਤਿੰਨੋਂ ਭਵਨਾਂ ਵਿਚਲੇ ਸਭਨਾਂ ਨੂੰ ਹਰਿਆ ਭਰਿਆ ਕਰ ਦਿੱਤਾ ਅੰਮ੍ਰਿਤਮय ਬਾਣੀ ਨੇ। ਕਰਨਹਾਰ ਖਿਨ ਭੀਤਰ ਕਰਿਆ। ਕਰਨਹਾਰ ਪ੍ਰਭੂ ਨੇ ਇਹ ਸਾਰੀ ਖੇਡ ਖਿਨ ਮਾਤਰ ਦੇ ਸਮੇਂ ਦੇ ਵਿੱਚ, ਭੀਤਰ ਕਹੀਏ ਦਰਮਿਆਨ, ਖਿਨ ਮਾਤਰ ਸਮੇਂ ਦੇ ਅੰਦਰ ਇਹ ਸਾਰਾ ਕੁਝ ਕਰ ਦਿੱਤਾ। ਗੁਰਮੁਖ ਨਾਨਕ ਤਿਸੇ ਆਰਾਧੇ, ਮਨ ਕੀ ਆਸ ਪੁਜਾਏ ਜੀਉ। ਮੁਖੀ ਗੁਰਾਂ ਦੇ ਸਨਮੁਖ ਹੋ ਕਰਕੇ ਮੈਂ ਨਾਨਕ ਦਾ ਦਾਸ ਤਿਸੇ ਹੀ ਪਰਮਾਤਮਾ ਨੂੰ ਆਰਾਧਦਾ ਹਾਂ, ਜੋ ਸਭਨਾਂ ਦੇ ਮਨ ਦੀ ਆਸ ਪੂਰੀ ਕਰਨ ਵਾਲੇ ਹਨ। ਮਾਝ ਮਹੱਲਾ ਪੰਜਵਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ।
ਇਹ ਪਾਵਨ ਸ਼ਬਦ ਰਾਹੀਂ ਉਸ ਪਰਮ ਪਿਤਾ ਪਰਮਾਤਮਾ ਦੀ ਵਡਿਆਈ ਕਰਦੇ ਨੇ, ਜੋ ਸਭਨਾਂ ਦਾ ਮਾਂ ਪਿਓ ਆਪ ਹੈ। ਸਭਨਾਂ ਦਾ ਮਾਂ ਪਿਓ ਆਪ ਹੈ। ਉਹ ਮਾਲਕ ਪਰਮਾਤਮਾ ਸਭਨਾਂ ਦਾ ਮਾਤਾ ਹੈ, ਸਭਨਾਂ ਦਾ ਪਿਤਾ ਹੈ, ਸਭਨਾਂ ਦੀ ਪਾਲਣਾ ਪੋਸ਼ਣਾ ਕਰਨ ਵਾਲਾ ਹੈ। ਪੱਥਰਾਂ ਵਿੱਚ ਬੈਠੇ ਕੀੜਿਆਂ ਨੂੰ ਰੋਜੀ ਦਿੰਦਾ ਹੈ। ਮਹਾਰਾਜ ਦੇ ਬਚਨ ਨੇ ਨਾ, ਸੈਲ ਪੱਥਰ ਮੈਂ ਜਨ ਤੇ ਉਪਾਏ, ਤਾਕਾ ਰਿਜ਼ਕ ਆਗੇ ਕਰ ਧਰਿਆ। ਤੋ ਮਾਤਾ ਪਿਤਾ ਜਿਵੇਂ ਬਾਲਕ ਨੂੰ, ਨਿੱਕੇ ਬੱਚੇ ਨੂੰ ਪਾਲਦੇ ਨੇ, ਵੱਡਾ ਕਰਦੇ ਨੇ, ਛੋਟੇ ਹੁੰਦੇ ਨੂੰ ਛੋਟੀਆਂ ਛੋਟੀਆਂ ਗਰਾਹੀਆਂ ਮੁੱਖ ਦੇ ਵਿੱਚ ਪਾ ਕਰਕੇ ਪਿਆਰ ਨਾਲ ਲਾਡ ਲਡਾਉਂਦੇ ਹੋਏ ਖਿਲਾਉਂਦੇ ਨੇ, ਟਹਿਲਾਉਂਦੇ ਨੇ, ਤਾਂ ਕੀ ਹੁੰਦਾ ਹੈ ਬਈ ਬਾਲਕ ਦਾ ਮਾਤਾ ਪਿਤਾ ਤੇ ਭਰੋਸਾ ਵੱਧ ਜਾਂਦਾ ਵੀ ਇਹੀ ਮੇਰੀ ਸਾਰ ਸੰਭਾਲ ਕਰਦੇ ਨੇ। ਇਹਨਾਂ ਤੋਂ ਬਿਨਾਂ ਹੋਰ ਕੋਈ ਮੇਰੀ ਸਾਰ ਸੰਭਾਲ ਕਰਨ ਵਾਲਾ ਨਹੀਂ। ਬਾਲਕ ਨੂੰ ਬਚਪਨ ਤੋਂ ਹੀ ਭਰੋਸਾ ਵੱਧ ਜਾਂਦਾ ਕਿ ਇਹ ਜੋ ਕਰਨਗੇ ਮੇਰੇ ਭਲੇ ਵਾਸਤੇ ਕਰਨਗੇ, ਇਹ ਜੋ ਕਰ ਰਹੇ ਨੇ ਮੇਰਾ ਭਲਾ ਕਰ ਰਹੇ ਨੇ, ਭਰੋਸਾ ਵੱਧ ਜਾਂਦਾ। ਇਵੇਂ ਹੀ ਜਦੋਂ ਜਗਿਆਸੂ ਅਜੇ ਪਹਿਲਾਂ ਗੁਰੂ ਵਾਲੇ ਪਾਸੇ ਟੁਰਦਾ, ਅੰਮ੍ਰਿਤਪਾਨ ਕਰਦਾ, ਹੌਲੀ ਹੌਲੀ ਨਿਤਨੇਮ ਚ ਪਰਪੱਕ ਹੁੰਦਾ, ਬਾਣੀ ਦੇ ਨਾਲ ਅੰਦਰੋਂ ਜੁੜਦਾ, ਬਾਣੀ ਦੀ ਵਿਚਾਰ ਹਿਰਦੇ ਵਸਦੀ ਹੈ, ਤਾਂ ਪਿਛਲੀਆਂ ਗੱਲਾਂ ਪਿੱਛੇ ਰਹਿ ਜਾਂਦੀਆਂ। ਜਿਵੇਂ ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਜਿੰਨੀ ਬਨਸਪਤੀ ਹੈ, ਜਿੰਨਾ ਪੇੜ ਪੌਦਿਆਂ ਨੂੰ ਫਲ ਲੱਗਦਾ, ਉਦੋਂ ਪਹਿਲਾਂ ਫੁੱਲਦੀ ਹੈ ਬਨਸਪਤੀ, ਫੁੱਲ ਲੱਗਦੇ ਨੇ। ਜਦੋਂ ਫਲ ਆ ਜਾਂਦਾ ਹੈ ਟਾਹਣੀਆਂ ਦੇ ਸਿਰਿਆਂ ਤੇ, ਫੁੱਲ ਆਪਣੇ ਆਪ ਝੜ ਜਾਂਦਾ। ਇਹ ਅਡਰੀ ਗੱਲ ਹੈ ਕਿ ਸਤਿਗੁਰਾਂ ਨੇ ਹਰ ਬਸ਼ਰ ਨੂੰ, ਹਰ ਸਿੱਖ ਨੂੰ, ਹਰ ਪ੍ਰਾਣੀ ਨੂੰ ਨਿਤਾ ਨਿਤ ਨਿਤਨੇਮ ਕਰਨ ਦੀ ਤਾਕੀਦ ਕੀਤੀ ਹੈ। ਨਿਤ ਹਰ ਰੋਜ਼। ਦੂਜੇ ਪਾਸੇ ਜਿਹੜੇ ਮਹਾਂਪੁਰਸ਼ ਬ੍ਰਹਮ ਗਿਆਨੀ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਉਹ ਬ੍ਰਹਮ ਗਿਆਨ ਅਵਸਥਾ ਪਾ ਕਰਕੇ ਵੀ ਨਿਤਨੇਮ ਨਹੀਂ ਛੱਡਦੇ, ਆਪਣੀ ਰਹਿਤ ਬਹਿਤ ਪੂਰੀ ਰੱਖਦੇ ਨੇ। ਭਾਵੇਂ ਉਹਨਾਂ ਨੂੰ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਅੱਖਰ ਅੱਖਰ ਦਾ ਬੋਧ ਹੋ ਜਾਂਦਾ, ਗਿਆਨ ਹੋ ਜਾਂਦਾ, ਪਰ ਉਹ ਨਿਤਨੇਮ ਨਹੀਂ ਤਿਆਗਦੇ, ਬਾਣੀ ਦਾ ਵਿਚਾਰਨਾ ਨਹੀਂ ਤਿਆਗਦੇ। ਭਲਾ ਹੀ ਉਹਨਾਂ ਨੂੰ ਅਰਥ ਬੋਧ ਹੋਇਆ, ਉਹਨਾਂ ਨੇ ਕਿਸੇ ਚੰਗੇ ਵਿਦਿਆ ਗੁਰੂ ਤੋਂ ਸਿੱਖਿਆ ਲਈ, ਵਿਦਿਆ ਲਈ, ਸ਼ਬਦ ਦੀ ਆਰਾਧਨਾ ਕੀਤੀ, ਕਮਾਈ ਕੀਤੀ, ਗੁਰੂ ਕੀ ਸੰਗਤ ਨੂੰ ਰੱਬ ਰੂਪ ਜਾਣ ਕੇ ਸੇਵਾ ਕੀਤੀ, ਤਾਂ ਉਹਨਾਂ ਦੇ ਅੰਦਰ ਉਹ ਅਰਥ ਬੋਧ ਸਦਾ ਲਈ ਪਰਪੱਕ ਹੋ ਜਾਂਦੇ ਨੇ। ਕੋਈ 10 ਫੁੱਟ ਦੂਰ ਬੈਠਾ ਕਿਤਿਓਂ ਬਾਣੀ ਦੀ ਪੰਕਤੀ ਉਚਾਰਨ ਕਰ ਦਵੇ, ਉਹਨਾਂ ਦੇ ਜ਼ਿਹਨ ਦੇ ਵਿੱਚ ਅਰਥ ਜਿਹੜੇ ਨੇ ਆਪਣੇ ਆਪ ਬਣ ਜਾਂਦੇ। ਪਰ ਜਦੋਂ ਉਸ ਅਵਸਥਾ ਵਿੱਚ ਪਹੁੰਚ ਜਾਂਦੇ ਨੇ, ਉਹ ਜਿਹੜੀ ਪਹਿਲੀ ਸਾਧਨਾ ਹੋ ਜਾਂਦੀ, ਉਹ ਪਿੱਛੇ ਰਹਿ ਜਾਂਦੀ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਜਦੋਂ ਬ੍ਰਹਮ ਗਿਆਨ ਰੂਪੀ ਫਲ ਲੱਗ ਗਿਆ, ਸਾਧਨਾ ਰੂਪੀ ਜਿਹੜਾ ਸੀ ਨਾ ਫੁੱਲ, ਉਹ ਝੜ ਗਿਆ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਵਾਹਿਗੁਰੂ, ਤੂੰ ਮੇਰੀ ਪ੍ਰਤਪਾਲਣਾ ਕਰਨ ਵਾਲਾ ਮਾਤਾ ਹੈ, ਪਿਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਬੰਧਪ ਸਖਾ ਹੈ, ਰਿਸ਼ਤੇਦਾਰ ਹੈ, ਸੰਬੰਧੀ ਹੈ, ਤੇ ਤੂੰ ਮੇਰਾ ਭਰਾਤਾ ਭਾਈ ਹੈ। ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕਿਹਾ ਖਾੜਾ ਜੀਓ। ਹੇ ਵਾਹਿਗੁਰੂ ਜੀ, ਤੂੰ ਸਭਨੀ ਥਾਈ, ਲੋਕ ਵਿੱਚ ਵੀ ਪਰਲੋਕ ਵਿੱਚ ਵੀ, ਔਖੇ ਸਮੇਂ ਤੇ ਵੀ ਤੂੰ ਮੇਰਾ ਰਾਖਾ ਹੈ, ਰੱਖਣ ਵਾਲਾ ਰਖਵਾਲਾ ਹੈ। ਸਭਨੀ ਥਾਈ, ਸਾਰੀਆਂ ਥਾਵਾਂ ਤੇ
तू मेरा राखा सबनी थाई। ता भौ ਤਾਂ ਫਿਰ ਮੈਨੂੰ ਤੇਰੇ ਹੁੰਦਿਆ ਭਲਾ ਕਾਹਦਾ ਭਉ ਹੈ, ਡਰ ਭਉ ਨਾ ਹੁੰਦਾ ਡਰਦਾ। ਤਾਂ ਭਉ ਕਿਹਾ ਕਾੜਾ ਜੀਉ, ਕਾੜਾ ਨਾਮ ਹੁੰਦਾ ਗਮ ਦਾ, ਝੋਰੇ ਦਾ, ਚਿੰਤਾ ਦਾ। ਤਾਂ ਭਉ ਕਿਹਾ ਕਾੜਾ ਜੀਉ, ਤਾਂ ਫਿਰ ਕਾਹਦੀ ਕਲਪਨਾ ਜਦੋਂ ਤੂੰ ਹੈ ਮੇਰੇ ਵੱਲ, ਜਦੋਂ ਤੇਰੀ ਬਖਸ਼ੰਦਗੀ ਹੈ ਮੇਰੇ ਤੇ। ਤੂੰ ਮੇਰਾ ਮਾਤਾ ਪਿਤਾ ਹੋ ਕੇ ਮੈਨੂੰ ਜਨਮ ਤੋਂ ਲੈ ਕੇ ਹੁਣ ਤੱਕ ਸਾਰੀ ਸੁਵਿਧਾ ਦਿੱਤੀ, ਲੋੜ ਪੂਰਤੀ ਕੀਤੀ, ਹਰ ਚੀਜ਼ ਮੇਰੇ ਲਈ ਤੂੰ ਪੈਦਾ ਕਰਨੀ ਕੀਤੀ। ਤਾਂ ਮੈਨੂੰ ਕਿਸ ਗੱਲ ਦਾ ਕਾੜਾ ਅੰਦੇਸਾ ਝੋਰਾ ਭਲਾ ਨਹੀਂ ਹੈ ਹੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਤਦੋਂ ਫਿਰ ਭਉ ਕਾਹਦਾ ਭਉ ਰਹਿ ਗਿਆ ਜੀ। ਕਿਹਾ ਕਿਸ ਤਰ੍ਹਾਂ ਦਾ ਕੋਈ ਵੀ ਨਹੀਂ ਰਹਿ ਗਿਆ। ਕਾੜਾ ਜੀਉ ਗਾਮ ਅੰਦੇਸਾ ਝੋਰਾ ਕੋਈ ਰਿਹਾ ਹੀ ਨਹੀਂ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਮੈਂ ਤੇਰੀ ਕਿਰਪਾ ਦੇ ਸਦਕਾ ਤੁਧ ਨੂੰ ਆਪ ਨੂੰ ਪਛਾਣਿਆ ਹੈ। ਤੇਰੀ ਕਿਰਪਾ ਹੋਈ, ਮੈਨੂੰ ਬਾਣੀ ਦੇ ਅੱਖਰਾਂ ਦੀ ਪਛਾਣ ਆ ਗਈ। ਤੇ ਬਾਣੀ ਸਾਡਾ ਗੁਰੂ ਹੈ। ਸਤਿਗੁਰੂ ਦਾਤੇ ਨੇ ਕਿਰਪਾ ਕੀਤੀ ਜੀਵਨ ਜ਼ਿੰਦਗੀ ਦੇ ਵਿੱਚ, ਕਿਸੇ ਨੂੰ ਵਿਦਿਆ ਗੁਰੂ ਨਾਲ ਮਿਲਾ ਦਿੱਤਾ। ਵਿਦਿਆ ਗੁਰੂ 5 ਪ੍ਰਕਾਰ ਦੇ ਜਿਹੜੇ ਹੈਗੇ ਨੇ, ਉਹਨਾਂ ਦੇ ਵਿੱਚੋਂ ਵਿਦਿਆ ਗੁਰੂ ਵੀ ਹੈ। ਰਾਜਾ ਵੀ ਗੁਰੂ ਪਦਵੀ ਅਧਿਕਾਰੀ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਤਾਂ ਸਿੱਖਾਂ ਦੇ ਸਰਬੋਤਮ ਨੇ। ਗੁਰੂ ਸਾਹਿਬ ਜੀ ਨੇ ਜਿਹੜਾ ਪਿਤਾ ਹੁੰਦਾ ਉਹ ਵੀ ਗੁਰੂ ਹੁੰਦਾ ਹੈ, ਜਿਹੜੀ ਮਾਤਾ ਹੁੰਦੀ ਹੈ ਉਹ ਵੀ, ਪਾਣੀ ਵੀ ਜਿਹੜਾ ਹੈ ਉਹ ਪੌਣ ਵਾਹਿਗੁਰੂ ਪੌਣ ਹੈ ਜਿਹੜੀ, ਉਹ ਵੀ ਗੁਰੂ ਹੈ। ਤੋ ਵਿਦਿਆ ਗੁਰੂ ਬੜਾ ਉੱਚ ਦਰਜਾ ਜ਼ਿੰਦਗੀ ਦੇ ਵਿੱਚ ਵਿਦਿਆ ਦਾਤੇ ਦਾ। ਜਿਹਦੇ ਕੋਲੋਂ ਕੋਈ ਇੱਕ ਅੱਖਰ ਵੀ ਕਿਸੇ ਨੂੰ ਮਿਲਿਆ ਹੋਵੇ ਸਿੱਖਣ ਨੂੰ, ਉਹ ਗੁਰੂ ਹੈ। ਜਿਹਨੇ ਸਾਨੂੰ ਬਾਣੀ ਦੇ ਅਰਥ ਸਮਝਾਏ, ਜਿਹਨੇ ਸਾਨੂੰ ਬਾਣੀ ਸਰਲ ਕਰਾਈ, ਸ਼ੁੱਧ ਪੜ੍ਹਨੀ ਸਿਖਾਈ, ਉਹਦਾ ਤੇ ਦੇਣ 7 ਜਨਮਾਂ ਤੱਕ ਦੇ ਹੀ ਨਹੀਂ ਸਕਦੇ ਜੀ। ਸ਼ਾਸਤਰ ਨੇ ਇਸੇ ਕਰਕੇ ਕਿਹਾ, ਏਕ ਅੱਖਰ ਦਾਤਾ ਜੋ ਗੁਰੂ, ਜੋ ਸੇਵੈ ਨ ਤਾਸ। 100 ਜਨਮ ਪਾਏ ਸਵਾਨ ਕਉ, ਬਾਹੁਰ ਸੁਪਾਚ ਘਰ ਵਾਸ। ਹੁਣ ਇਹ ਗੱਲ, ਇਹਦਾ ਅਰਥ ਵੀ ਸੁਣਨਾ, ਪਰ ਖਰਵਾ ਜਿਹਾ ਐਸਾ ਅਰਥ ਇਹਦਾ। ਕਹਿੰਦੇ ਜੇ ਕਿਸੇ ਨੇ ਕਿਸੇ ਨੂੰ ਕੋਈ ਵਿਦਿਆ ਦਿੱਤੀ, ਕਿਸੇ ਸ਼ਬਦ ਦਾ ਅਰਥ ਸਿਖਾਇਆ, ਉਹਦੇ ਅੰਦਰ ਗਿਆਨ ਦਾ ਚਾਨਣ ਕੀਤਾ, ਗੁਰਬਾਣੀ ਦਾ ਅਰਥ ਬੋਧ ਕਰਾਇਆ, ਸੰਥਿਆ ਕਰਾਈ, ਅੱਖਰ ਸਿਖਲਾਇਆ, ਤੇ ਜੇ ਉਹ ਸਿੱਖਣ ਵਾਲਾ ਅੱਗੋਂ ਗੁਰੂ ਦੇ ਪ੍ਰਤੀ ਸ਼ੁਕਰਗੁਜ਼ਾਰ ਨਾ ਰਵੇ, ਕਰਤੱਵ ਨਾ ਰਵੇ, ਤੇ ਪਤਾ ਉਹਦੇ ਲਈ ਫਿਰ ਕੀ ਵਿਧਾਨ ਹੈ। ਸ਼ਾਸਤਰ ਕਹਿੰਦਾ, ਮੈਂ ਕੋਲੋਂ ਨਹੀਂ ਕਹਿ ਰਿਹਾ, ਉਹ ਕਹਿੰਦਾ 100 ਜਨਮ ਪਾਏ ਸਵਾਨ ਕੋ। 100 ਵਾਰੀ ਦਾ ਉਹਨੂੰ ਕੁੱਤੇ ਦਾ ਤਨ ਧਾਰਨ ਕਰਨਾ ਪਵੇਗਾ। 100 ਜਨਮ ਪਾਏ ਸਵਾਨ ਕੋ। ਬਾਹੁਰ, ਬਾਹੁਰ ਕਹਿੰਦੇ ਉਦੋਂ ਬਾਅਦ, ਉਦੋਂ ਮੁੜ ਕੇ ਅੱਗੇ ਚੱਲ। ਸੁਪਚ ਘਰ ਵਾਸ। ਸੁਪਚ ਕਹਿੰਦੇ ਚੰਡਾਲ, ਮੁਰਦੇ ਫੂਕਣ ਵਾਲਾ, ਕਬਰਾਂ ਪੁੱਟਣ ਵਾਲਾ, ਜਿਹੜਾ ਮੁਰਦਿਆਂ ਨੂੰ ਸੰਭਾਲਦਾ। ਤੇ ਮੁੜ ਕੇ ਚੰਡਾਲ ਦੇ ਘਰੇ ਜਨਮ ਲਵੇਗਾ, ਜਿਹੜਾ ਆਪਣੇ ਵਿਦਿਆ ਗੁਰੂ ਦੇ ਪ੍ਰਤੀ ਸਮਰਪਿਤ ਨਹੀਂ, ਵਿਦਿਆ ਗੁਰੂ ਨੂੰ ਸਤਿਕਾਰ ਨਹੀਂ ਦਿੰਦਾ, ਉਹਦੇ ਪ੍ਰਤੀ ਕਰਤੱਵ ਨਹੀਂ ਰਹਿੰਦਾ, ਉਹਦੇ ਪ੍ਰਤੀ ਸ਼ੁਕਰਗੁਜ਼ਾਰ ਨਹੀਂ ਰਹਿੰਦਾ। ਵਿਦਿਆ ਗੁਰੂ ਨੇ ਤੇ ਪਰਉਪਕਾਰ ਕਰਨਾ ਸੀ, ਕਰ ਦਿੱਤਾ। ਉਹ ਸਤਿਕਾਰ ਦੀ ਭਾਵਨਾ ਵੀ ਨਹੀਂ ਰੱਖਦਾ ਕਿ ਮੈਨੂੰ ਇਹ ਸਤਿਕਾਰ ਦਵੇ ਕਿ ਨਾ ਦਵੇ।
ਇਹ ਤਾਂ ਸਿਖਾਂਦਰੂ ਨੇ, ਸਿੱਖਣ ਵਾਲੇ ਨੇ, ਸਿਖਿਆਰਥੀ ਨੇ ਕਹਿਣਾ ਵੀ ਮਹਾਰਾਜ ਤੁਸੀਂ ਮੇਰੇ ਮਾਤਾ ਪਿਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਪੋ ਕਿਹਾ ਕਾੜਾ ਜੀ। ਸੋ ਗੁਰੂ ਸਾਹਿਬ ਜੀ ਦੇ ਨਾਲ ਨਾਲ ਵਿਦਿਆ ਗੁਰੂ ਹੈ ਜਿਹੜਾ, ਉਹਦਾ ਬੜਾ ਉੱਚਾ ਦਰਜਾ, ਜਿਹਨੇ ਜੀਵਨ ਜ਼ਿੰਦਗੀ ਨੂੰ ਉੱਚਾ ਕੀਤਾ। ਕੋਈ ਸ਼ੁਕਰਗੁਜ਼ਾਰ ਰਵੇ ਜਾਂ ਨਾ ਰਵੇ, ਇਹ ਗੱਲ ਨਾਲ ਕੋਈ ਮਤਲਬ ਨਹੀਂ ਰਹਿ ਜਾਂਦਾ ਕਿ ਕੌਣ ਆਪਣੇ ਵਿਦਿਆ ਗੁਰੂ ਨੂੰ ਸਤਿਕਾਰ ਦਿੰਦਾ ਕਿ ਨਹੀਂ ਦਿੰਦਾ। ਇਹ ਗੱਲ ਵਿਦਿਆ ਗੁਰੂ ਨੂੰ ਮਤਲਬ ਨਹੀਂ ਰਹਿ ਜਾਂਦੀ। ਉਹਨੇ ਤੇ ਪਰਉਪਕਾਰ ਕਰਨਾ ਸੀ, ਅੱਖਰ ਸਿਖਾ ਦਿੱਤੇ, ਅੱਖਰਾਂ ਦੇ ਅਰਥ ਵੀ ਸਿਖਾ ਦਿੱਤੇ, ਜੀਵਨ ਜਿਹੜਾ ਰੋਲਦਾ ਖੋਲਦਾ ਸੀ ਉਹਨੂੰ ਉੱਚਾ ਕਰ ਦਿੱਤਾ, ਮਸਨਦ ਤੇ ਸੰਗਤਾਂ ਦੇ ਦਰਮਿਆਨ ਉੱਚੀ ਜਗ੍ਹਾ ਤੇ ਬੈਠਣ ਦਾ ਵੱਲ ਸਿਖਾ ਦਿੱਤਾ। ਇਹਦੇ ਉਹਦੀ ਦਿਆਲਤਾ ਹੈ ਨਾ, ਕਿਰਪਾਲਤਾ ਹੈ ਨਾ। ਇਸ ਕਰਕੇ ਸਿਆਣੇ ਪੁਰਸ਼ ਆਪਣੇ ਵਿਦਿਆ ਗੁਰੂ ਦੇ ਪ੍ਰਤੀ ਸਮਰਪਿਤ ਰਹਿੰਦੇ ਨੇ। ਤਾਂ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਕਿ ਜਦੋਂ ਇਹ ਗੱਲ ਦੀ ਸਮਝ ਆ ਗਈ ਤਾਂ ਫਿਰ ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੇਰੀ ਕਿਰਪਾ ਦੇ ਦੁਆਰਾ ਹੈ ਵਾਹਿਗੁਰੂ ਮੈਂ ਤੈਨੂੰ ਗੁਰਬਾਣੀ ਸਰੂਪ ਸਤਿਗੁਰੂ ਜੀ ਆਪ ਜੀ ਨੂੰ ਪਛਾਣਿਆ, ਸਮਝਿਆ, ਵਿਦਿਆ ਗੁਰੂ ਦੀ ਤਾਲੀਮ ਸਦਕਾ ਸਮਝਿਆ। ਉੱਥੇ ਵੀ ਤੇਰੀ ਕਿਰਪਾ ਵਰਤੀ। ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸਈ ਆਏ ਸਫਲ ਤਿਨਾ ਕੇ ਕੰਮ। ਮੇਰੇ ਰਾਮ ਹਰ ਜਨ ਕੇ ਹਉ ਬਲ ਜਾਈ, ਕੇਸਾਂ ਕਾ ਕਰ ਚਵਰ ਝੁਲਾਵਾਂ, ਚਰਨ ਧੂੜ ਮੁਖ ਲਾਈ। ਇਉਂ ਕਰਕੇ ਹੈ ਵਿਦਿਆ ਗੁਰੂ ਦੇ ਪ੍ਰਤੀ ਮੇਰੇ ਰਾਮ, हे ਵਾਹਿਗੁਰੂ ਹਰ ਜਨ ਕੈ ਤੇਰੇ ਪਿਆਰੇ ਸੰਤਾਂ ਤੋਂ ਬਲਿਹਾਰ ਜਾ, ਕੇਸਾਂ ਕਾ ਕਰ ਚਵਰ ਝੁਲਾਵਾਂ। ਇਹਨਾਂ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਤੇ ਝੁਲਾਵਾਂ, ਕੇਸਾਂ ਕਾ ਕਰ ਚਵਰ ਝੁਲਾਵਾਂ, ਚਰਨ ਧੂੜ ਮੁਖ ਲਾਈ, ਉਹਨਾਂ ਦੀ ਚਰਨ ਧੂੜ ਮੁਖ ਮਸਤਕ ਤੇ ਲਾਉਣੀ ਮਿਲੇ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਣਾ। ਵਾਹਿਗੁਰੂ ਜੀ ਤੁਸੀਂ ਹੀ ਮੇਰੀ ਓਟ ਹੋ, ਤੁਸੀਂ ਹੀ ਮੇਰਾ ਮਾਣ ਹੋ। ਤੁਝ ਮੈਨ ਦੂਜਾ ਅਵਰ ਨ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਮਹਾਰਾਜ ਜੀ ਆਪ ਜੀ ਤੋਂ ਬਿਨਾਂ ਸੱਚੇ ਪਾਤਸ਼ਾਹ ਕੋਈ ਹੋਰ ਦੂਜਾ ਇਸ ਜੀਵ ਦੀ ਸਾਰ ਲੈਣ ਵਾਲਾ ਨਹੀਂ। ਤੁਝ ਬਿਨ ਦੂਜਾ ਅਵਰ ਨ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਇਹ ਸਾਰਾ ਰਚਿਆ ਹੋਇਆ ਸੰਸਾਰ ਰੂਪੀ ਅਖਾੜਾ ਇਹ ਤੇਰੀ ਖੇਡ ਹੈ, ਸਭ ਤੇਰਾ ਖੇਲ ਅਖਾੜਾ ਜੀਓ। ਅਖਾੜਾ ਜਿੱਥੇ ਛਿੰਝ ਪੈਂਦੀ ਹੈ ਉਹਨੂੰ ਅਖਾੜਾ ਕਹਿੰਦੇ, ਮੱਲ ਅਖਾੜਾ। ਗੁਰੂ ਅੰਗਦ ਦੇਵ ਜੀ ਨੇ ਮੱਲ ਅਖਾੜਿਆਂ ਦੀ ਪਰੰਪਰਾ ਚਲਾਈ। ਹਜੂਰ ਦੇ ਇਹ ਸੰਕਲਪ ਸੀ ਮਨ 'ਚ, ਮਹਾਰਾਜ ਦਾ ਇਹ ਖਿਆਲ ਪੱਕਾ ਸੀ ਕਿ ਨਿਰੋਗ ਸਰੀਰ ਦੇ ਅੰਦਰ ਹੀ ਨਿਰੋਗ ਆਤਮਾ ਦਾ ਨਿਵਾਸ ਹੋ ਸਕਦਾ। ਸੋ ਸਿੱਖਾਂ ਸੇਵਕਾਂ ਨੂੰ, ਛੋਟੇ ਬੱਚਿਆਂ ਨੂੰ ਇਕੱਠੇ ਕਰਕੇ ਮੱਲ ਅਖਾੜਿਆਂ ਦੀ ਰਚਨਾ ਕਰਨੀ, ਕੁਸ਼ਤੀਆਂ ਕਰਾਉਣੀਆਂ, ਦੰਗਲ ਕਰਾਉਣੇ, ਸੌਂਚੀ ਖੇਡਣੀ। ਇਹ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਪਰੰਪਰਾ ਚਲਾਈ ਸੀ। ਸੋ ਇਹ ਸੰਸਾਰ ਰੂਪੀ ਖੇਡ ਅਖਾੜਾ, ਇੱਥੇ ਵੀ ਤੇ ਕੋਈ ਬਾਜੀ ਜਿੱਤ ਕੇ ਜਾਂਦਾ ਤੇ ਕੋਈ ਹਾਰ ਕੇ ਜਾਂਦਾ। ਜਿਹੜਾ ਜਿੱਤ ਕੇ ਜਾਂਦਾ ਉਹ ਫਿਰ ਉੱਚੀ ਬਾਂਹ ਕੱਢ ਕੇ ਗੇੜਾ ਦਿੰਦਾ ਬਈ ਜਿਹੜੇ ਸੀ ਮੈਂ ਸਾਰੇ ਢਾਹ ਦਿੱਤੇ, ਹੁਣ ਝੰਡੀ ਦੀ ਜਿਹੜੀ ਹੈ ਕੁਸ਼ਤੀ ਉਹ ਮੈਂ ਜਿੱਤੀ ਹੈ। ਉਹ ਸਾਰੇ ਮੱਲ ਲੱਥੇ ਲੈਂਦੇ ਫੇਰੀਆਂ, ਵਾਤ ਵੱਜਣ ਟਮਕ ਭੇਰੀਆਂ, ਮੱਲ ਲੱਥੇ ਲੈਂਦੇ ਫੇਰੀਆਂ। ਸੋ ਅਖਾੜਾ ਜਿੱਥੇ ਮੱਲ ਕੁਸ਼ਤੀ ਕਰਦੇ, ਇਹ ਸੰਸਾਰ ਰੂਪੀ ਅਖਾੜਾ
गुरमुख लाहा लै गए, मनमुख चले मूल गवाए जी। इत्थे गुरमुख जिहड़े ने जीवन जिंदगी दी बाजी जित के जांदे इस संसार अखाड़े चों। जिहड़े मनमुख सी वो जीवन दी बाजी हार के जांदे। जी जंत सब तोदे उपाए, जित जित भाना तित तित लाए। कुल जी जंत वाहिगुरु जी सब तेरे पैदा कीते होए ने। जित जित भाना, जिधर जिधर तेनू भाया चंगा लग्या, तित तित लाए। उसे उसे पासे जियां नू तू लाया होया। सब किछ कीता तेरा होवे, नाही किछ असाड़ा जीव। जीवा नू जिथे जिथे तेनू भाउंदा सी तू उधर उधर लाया होया। धर्मी धर्म कमाउण च लगे ने, पुन्नी पुन्न कमाउण च लगे ने, पापी पाप कर्मां विच खचित ने, दुराचारी दुराचार कमाउण च लगे होए ने। सो जित जित भाना तित तित लाए। सब किछ तेरा, सब किछ कीता तेरा होवे। जो कुछ भी कीता होया सब तेरा वरत रहा। नाही किछ साड़ा जियो, नहीं है साडा कीता होया कुछ नहीं। असाड़ा की असाडा। हे वाहिगुरु सारी खेड तेरी वरत रही है। संसार मल अखाड़ा तू रचिया है। इत्थे धर्मी धर्म कमा रहे ने। जीवन बाजी दी जितण लई, जीवन बाजी जितण दे लई यतनशील ने, मेहनतां करदे ने, कमाईयां करदे ने ते जीवन बाजी जित के जांदे ने। एक फेर कोल्लू दे बैल वांगू ओने क घेरे दे विच ही रहिंदे ने। बस खाना पीना हसना सौना विसर गया है। मरना खसम मिसार खुआरी किन्नी त्रिक जीवन नहीं रहना। ताते जित जित भाना तित तित लाए। सब किछ कीता तेरा होवे, नाही किछ असाड़ा जियो। नाम ध्याए महा सुख पाया, हर गुण गाए मेरा मन सीत लाया। जिन्हां ने भाई नाम नूं ध्याउणा कीता, नाम ध्या करके महा सुख पाया। महान सुख दी, वड्डे सुख दी प्राप्ति हुई। हर गुण गाए मेरा मन सीत लाया। हरि दा गुण गा करके मेरे मन नूं ठंडक आ गई, तृप्ति आ गई, शीतलता प्राप्त हुई। गुरपूरै वजी वाधाई, नानक जिता बिखाड़ा जियो। बिखाड़ा बिखम अखाड़ा। जिहदी झंडी दी कुश्ती पटनी बड़ी कठिन सी। बड़े बड़े वड्डे मैदान विच नितरे मल हुंदी ना जदों गेम शुरू हुंदी है ते एक दूजे नूं फिर उहदे नाल उदों वड्डा उतरदा है। फिर उदों वड्डा जिहड़ा लास्ट ते जाके फाइनल दे विच जितदा कुश्ती, ओदी फिर बांह उच्ची कर दित्ती जांदी भी ये जित्तिया बई। इस संसार अखाड़ा जिहड़ा इहदे चों सुरखरू हो के निकलना बड़ा बिखम है। बिखाड़ा तो भाव ही बिखम अखाड़ा। ये वो अखाड़ा है संसार जिहदे चों पाक दाम अपना लीड़ा पल्ला कपड़ा साफ लैके बेदाग लैके चलना बड़ा औखा। ते जिन्हां ने जित लैना कीता, गुरपूरै वजी वाधाई, उन्हां दे अंदर पूरे गुरां दा शब्द गूंजदा है। उन्हां दे अंदर पूरे शब्द गुरु दा ਵਧਾਈ ਦਾ ਵਾਜਾ ਵੱਜਦਾ। ਗੁਰਪੂਰੈ ਵੱਜੀ ਵਧਾਈ। ਜਦੋਂ ਮੱਲ ਝੰਡੀ ਦੀ ਕੁਸ਼ਤੀ ਜਿੱਤ ਲੈਂਦਾ ਤੇ ਉਹਦਾ ਸੀਨਾ ਜਿਹੜਾ ਹੁੰਦਾ ਉਹ ਹੋਰ ਚੌੜਾ ਹੋ ਜਾਂਦਾ। ਲੋਕ ਉਹਦੇ ਲਈ ਆਸ਼ਾਸ਼ ਕਰਦੇ ਨੇ। ਉਹਦੇ ਨਾਮ ਦਾ ਜਿਹੜਾ ਉਹ ਨਗਾਰਾ ਵੱਜਦਾ, ਉਹਦੇ ਨਾਮ ਦਾ ਡੌਰੂ ਵੱਜਦਾ ਤੇ ਇਸ ਪ੍ਰਕਾਰ ਉਹਦੀ ਉਹਦਾ ਅਨਾਉਂਸਮੈਂਟ ਕੀਤੀ ਜਾਂਦੀ ਉਹਦੀ ਕਿ ਫਲਾਣੇ ਪਹਿਲਵਾਨ ਨੇ ਬਾਜੀ ਜਿੱਤ ਲਈ, ਝੰਡੀ ਦੀ ਕੁਸ਼ਤੀ ਜਿੱਤ ਲਈ। ਇਦਾਂ ਗੁਰਮੁਖ ਜਨਾਂ ਨੂੰ ਵੀ ਗੁਰੂ ਦੇ ਉਪਦੇਸ਼ ਦੀ ਕਮਾਈ ਸਦਕਾ ਜਦੋਂ ਜੀਵਨ ਜ਼ਿੰਦਗੀ ਦੀ ਬਾਜੀ ਦੀ
ਸਫਲਤਾ ਹੁੰਦੀ ਪਿਆਰਿਓ ਤਾਂ ਉਹਦੇ ਵੀ ਨਾਮ ਦਾ ਡੰਕਾ ਵੱਜਦਾ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪਿੜ ਮੱਲਿਆ। ਫਿਰ ਉਹਦੇ ਲਈ ਇਦੋਂ ਵੱਡੀ ਵਧਾਈ, ਇਦੋਂ ਵੱਡੀ ਖੁਸ਼ੀ ਹੋਰ ਕੀ ਹੋ ਸਕਦੀ ਹੈ। ਗੁਰਪੂਰੈ ਵੱਜੀ ਵਧਾਈ, ਨਾਨਕ ਜਿੱਤਾ ਬਿਖਾੜਾ ਜੀਓ। ਉਹਨੇ ਜਿੱਤ ਲਿਆ ਇਸ ਬਿਖਮ ਅਖਾੜੇ ਨੂੰ, ਜੀਵਨ ਜ਼ਿੰਦਗੀ ਦੀ ਬਾਜੀ ਨੂੰ ਜਿੱਤ ਕੇ ਗਿਆ। ਮਾਝ ਮਹੱਲਾ ਪੰਜਵਾਂ। ਜੀ ਪ੍ਰਾਣ ਪ੍ਰਭ ਮਨੈ ਆਧਾਰ, ਜੀਆਂ ਦਾ ਪ੍ਰਾਣਾਂ ਦਾ ਆਧਾਰ ਉਹ ਮਨ ਕਰਕੇ ਜਿਨ੍ਹਾਂ ਨੇ ਪ੍ਰਭੂ ਨੂੰ ਬਣਾਉਣਾ ਕੀਤਾ। ਜੀਵਨ ਜ਼ਿੰਦਗੀ ਦਾ ਆਸਰਾ ਆਧਾਰਾ ਕਹੀਏ, ਆਸਰਾ। ਜੀ ਪ੍ਰਾਣ ਪ੍ਰਭ ਮਨੈ ਆਧਾਰ, ਮਨ ਦਾ ਆਸਰਾ ਪ੍ਰਭੂ ਪਰਮਾਤਮਾ ਨੇ ਜੀ ਪ੍ਰਾਣ ਦਾ ਆਸਰਾ ਜਦੋਂ ਪ੍ਰਭੂ ਨੂੰ ਬਣਾਉਣਾ ਕੀਤਾ। ਭਗਤ ਜੀਵੈ ਗੁਣ ਗਾਏ ਅਪਾਰ, ਭਗਤ ਜਨ ਜਿਉਂਦੇ ਨੇ ਉਸ ਪ੍ਰਭੂ ਨੂੰ ਆਸਰਾ ਮੰਨ ਕੇ ਉਹਦੇ ਗੁਣ ਗਾਉਂਦੇ ਗਾਉਂਦੇ ਜੀਵਨ ਜ਼ਿੰਦਗੀ ਜਿਉਂਦੇ ਨੇ। ਗੁਣ ਨਿਧਾਨ ਅੰਮ੍ਰਿਤ ਹਰ ਨਾਮਾ, ਹਰ ਧਿਆਏ ਧਿਆਏ ਸੁਖ ਪਾਇਆ ਜੀਓ। ਭਗਤ ਜਨਾਂ ਨੇ ਗੁਰਮੁਖਾਂ ਨੇ ਉਸ ਗੁਣਾਂ ਦੇ ਨਿਧਾਨ ਖਜ਼ਾਨੇ ਨੂੰ, ਅੰਮ੍ਰਿਤ ਸਰੂਪ ਹਰੀ ਨੂੰ, ਉਸ ਦੇ ਪਾਵਨ ਨਾਮ ਨੂੰ ਧਿਆ ਧਿਆ ਕੇ ਜਪ ਜਪ ਕੇ ਸੁਖ ਪਾਉਣਾ ਕੀਤਾ। ਮਨਸਾ ਧਾਰ ਜੋ ਗੁਰ ਤੇ ਆਵੈ, ਜੈਸੀ ਕੋਈ ਮਨਸਾ ਧਾਰਨ ਕਰਕੇ ਗੁਰ ਤੇ ਆਵੇ, ਗੁਰੂ ਦੇ ਪਾਸ ਆ ਜਾ। ਮਨ ਦੀ ਇੱਛਾ ਵੱਖਰੀ ਵੱਖਰੀ ਹੁੰਦੀ, ਹਰ ਪ੍ਰਾਣੀ ਦੀ ਵੱਖਰੀ। ਜਦੋਂ ਗੁਰੂ ਕੀ ਹਜ਼ੂਰੀ ਵਿੱਚ ਆਉਂਦਾ ਹੈ, ਇਹਨਾਂ ਵੀ ਸਾਰਿਆਂ ਦੀ ਇੱਛਾ ਜਿਹੜੀ ਪਿਆਰਿਓ ਉਹ ਬ੍ਰਹਮ ਗਿਆਨ ਦੀ ਪ੍ਰਾਪਤੀ ਹੀ ਹੋਵੇ। ਇਹਦਾ ਮਹਿੰਗੀ ਵਸਤੂ ਹੈ, ਕਰੋੜਾਂ ਚੋਂ ਕਿਸੇ ਇੱਕ ਦੇ ਅੰਦਰ ਇਹ ਤਲਬ ਬਣਦੀ ਹੈ, ਤੇ ਬਹੁਤਿਆਂ ਦੀ ਤੇ ਲਿਸਟ ਲੰਬੀ ਹੁੰਦੀ ਹੈ। ਇਹ ਜੀ ਮੇਰਾ ਮੁਕੱਦਮਾ ਜਿੱਤਿਆ ਜਾਵੇ, ਜੀ ਮੇਰਾ ਇਮਤਿਹਾਨ ਚੋਂ ਮੈਂ ਪਾਸ ਹੋ ਜਾਵਾਂ, ਮੇਰੀ ਨੌਕਰੀ ਲੱਗ ਜਾਵੇ, ਮੇਰਾ ਕਾਰੋਬਾਰ ਚੱਲ ਪਵੇ, ਮੇਰੀ ਫਲਾਣੀ ਚੀਜ਼ ਹੋ ਜਾਵੇ, ਫਸਲ ਚੰਗੀ ਹੋਵੇ। ਇਹ ਜਿਹੀਆਂ ਗੱਲਾਂ ਹੁੰਦੀਆਂ ਗੁਰੂ ਦੀ ਹਜ਼ੂਰੀ 'ਚ ਵੀ ਆ ਕੇ। ਜੇ ਕਿਸੇ ਦੇ ਘਰੇ ਸੂਬੇ ਦਾ ਮੁੱਖ ਮੰਤਰੀ ਆਵੇ, ਸੂਬੇ ਦਾ ਮੁੱਖ ਮੰਤਰੀ ਆਵੇ ਤੇ ਉਹ ਕਹੇ ਜੀ ਦੱਸੋ ਕੋਈ ਸੇਵਾ, ਤੇ ਉਹਨੂੰ ਕੋਈ ਕਵੇ ਵੀ ਮੇਰਾ ਉਹ ਮੋਟਰਸਾਈਕਲ ਖੜਾ ਜੀ, ਉਹਨੂੰ ਪੈਂਚਰ ਲਵਾ ਦਿਓ। ਹਾਂਜੀ, ਤੇ ਮੁੱਖ ਮੰਤਰੀ ਨੇ ਕਹਿਣਾ ਚੰਗੀ ਵੀ ਇਹਨੇ ਮੰਗ ਰੱਖੀ ਹੈ ਮੇਰੇ ਕੋਲ ਵੀ ਮੋਟਰਸਾਈਕਲ ਨੂੰ ਪੈਂਚਰ ਲਵਾ ਦਿਓ ਜੀ। ਕੋਈ ਗੱਲ ਥੋੜਾ ਬਣੀ। ਇੱਕ ਬੰਨੇ ਆਪਾਂ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹਾਂ ਦੇ ਪਾਤਸ਼ਾਹ ਨੇ, ਰਾਜਿਆਂ ਦੇ ਰਾਜੇ ਨੇ, ਮਹਾਰਾਜਿਆਂ ਦੇ ਮਹਾਰਾਜੇ। ਤੇ ਮਹਾਰਾਜ ਨੂੰ ਹੁਣ ਬੇਨਤੀ ਕੋਈ ਕਰੇ ਵੀ ਮੇਰੇ ਜੀ ਮੱਝ ਰਾਜੀ ਹੋ ਜਾਏ, ਪਸ਼ੂ ਰਾਜੀ ਹੋ ਜਾਏ। ਛੋਟੀਆਂ ਛੋਟੀਆਂ ਗੱਲਾਂ। ਜਿੱਡੇ ਵੱਡੇ ਸਤਿਗੁਰੂ ਜੀ ਨੇ ਉਹਨਾਂ ਦੇ ਪਾਸ ਮੰਗ ਰੱਖਣੀ, ਤੇ ਕੋਈ ਉਹਦੇ ਮਿਲਾਪ ਦੀ ਹੋਈ ਮੰਗ ਰੱਖੋ, ਬਸ ਉਹਦੇ ਦਰਸ਼ਨਾਂ ਦੀ ਤਲਬ ਰੱਖੋ ਉਹਨਾਂ ਦੇ ਸਾਹਮਣੇ, ਜੇ ਕੁਝ ਮੰਗਣਾ ਹੀ ਹੈ ਤਾਂ। ਨਾਲੇ ਬਾਬੇ ਨੇ ਆਖਿਆ ਬਾਣੀ 'ਚ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੋ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਨ ਦੀ ਭੁੱਖ ਉਤਰ ਜਾਵੇ। ਦੇ ਨਾਮ ਸੰਤੋਖੀ, ਸੰਤੋਖ ਦੇਣ ਵਾਲਾ ਨਾਮ। ਤਾਂ ਤੇ ਸਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਮਨਸਾ ਧਾਰ ਜੋ ਗੁਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ। ਜੇ ਭਾਈ ਗੁਰੂ ਦਰਸ਼ਨਾਂ ਦੀ ਮਨਸਾ ਮਨ ਵਿੱਚ ਧਾਰਨ ਕਰਕੇ ਸਤ ਸੰਗਤ ਵਿੱਚ ਆਈਏ, ਤਾਂ ਫਿਰ ਸਾਧ ਸੰਗਤ ਦੇ ਵਿੱਚ ਬੈਠ ਕੇ ਜੰਮਣ ਮਰਨ ਮੇਟਣ ਦਾ ਸਾਧਨ ਕੋਈ ਕਰੇ, ਉਪਰਾਲਾ ਅਰਦਾਸ ਬੇਨਤੀ ਕਰੇ। ਆਸ ਮਨੋਰਥ ਪੂਰਨ ਹੋਵੇ, ਭੇਟਤ ਗੁਰ ਦਰਸਾਇਆ ਜੀ। ਮਨ ਦੀ ਆਸਾ, ਮਨ ਦੇ ਮਨੋਰਥ ਸਾਰੇ ਪੂਰਨ ਹੋਵਣਗੇ, ਭੇਟਤ ਗੁਰ ਦਰਸਾਇਆ ਜੀ। ਗੁਰੂ ਨੂੰ ਮਿਲਿਆ
ਗੁਰੂ ਦੇ ਦਰਸ਼ਨ ਕੀਤਿਆਂ ਸਭ ਪ੍ਰਕਾਰ ਦੀਆਂ ਆਸ਼ਾਵਾਂ ਮਨੋਰਥ ਪੂਰੇ ਹੁੰਦੇ ਹਨ। ਅਗਮ ਅਗੋਚਰ ਕਿਛ ਮਿਤ ਨਹੀਂ ਜਾਣੀ, ਸਾਧਕ ਸਿੱਧ ਧਿਆਵੈ ਗਿਆਨੀ। ਉਸ ਗਮਤਾ ਤੋਂ ਪਰੇ, ਅਗਮ ਅਗੋਚਰ ਗਿਆਨ ਇੰਦਰੀਆਂ ਦੀ ਪਕੜ ਤੋਂ ਪਰੇ ਵਾਹਿਗੁਰੂ ਉਹਦੀ ਕਿਸੇ ਨੇ ਕੁਝ ਵੀ ਮਿੱਤ ਸਮਰੱਥਾ ਵਡਿਆਈ ਜਾਣਨੀ ਨਹੀਂ ਕੀਤੀ। ਸਾਧਕ ਸਿੱਧ ਧਿਆਵੈ ਗਿਆਨੀ, ਵੱਡੇ ਵੱਡੇ ਗਿਆਨੀ ਸਾਧਕ ਲੋਕ ਸਾਧਨਾ ਦੇ ਵਿੱਚ ਰੁਚਿਤ ਲੱਗੇ ਹੋਏ, ਸਿੱਧ ਸਾਧਨਾ ਕਰਕੇ ਪੁੱਗ ਚੁੱਕੇ ਧਿਆਉਂਦੇ ਨੇ। ਗਿਆਨੀ ਵੀ ਸਿੱਧ ਸਾਧਕ ਸਾਰੇ ਹੀ ਧਿਆਉਂਦੇ ਨੇ। ਬਾਰੀ ਉਹਦੀ ਗਾਤ ਮਿੱਤ ਮਰਿਆਦਾ ਸਮਰੱਥਾ ਵਡਿਆਈ ਮੁਕੰਮਲ ਰੂਪ ਵਿੱਚ ਕਿਸੇ ਨੇ ਜਾਣੀ ਨਹੀਂ। ਖੁਦੀ ਮਿਟੀ ਚੂਕਾ ਭੁਲਾਵਾ, ਗੁਰਮਨ ਹੀ ਮੈਂ ਪ੍ਰਗਟਾਇਆ ਜੀਓ। ਜਿਨ੍ਹਾਂ ਨੇ ਧਿਆਇਆ ਉਹਨਾਂ ਦੇ ਅੰਦਰੋਂ ਖੁਦ ਹੀ ਮਿਟ ਗਏ, ਅਹੰ ਭਾਵ ਜਿਹੜਾ ਸੀ ਮਿਟ ਗਿਆ। ਚੂਕਾ ਭੁਲਾਵਾ, ਭੁਲਾਵਾ ਨਾਮ ਹੁੰਦਾ ਭਰਮ ਦਾ। ਚੁੱਕ ਗਿਆ, ਮਿਟ ਗਿਆ ਭੁਲਾਵਾ, ਭਰਮ ਭੁਲੇਖਾ। ਗੁਰਮਨ ਹੀ ਮੈਂ ਪ੍ਰਗਟਾਇਆ ਜੀਓ। ਗੁਰੂ ਸਾਹਿਬਾਂ ਦੇ ਪਾਸ ਜੋ ਆਇਆ, ਭਾਵਨਾ ਸੰਯੁਕਤ ਹੋ ਕੇ ਬੇਨਤੀਆਂ ਕੀਤੀਆਂ, ਬਾਣੀ ਪੜ੍ਹੀ, ਸਿਮਰਨ ਸਾਧਨਾ ਕੀਤੀ, ਸੰਗਤ ਕੀਤੀ, ਕੀਰਤਨ ਕਥਾ ਸੁਣਿਆ, ਤੇ ਹੌਲੀ ਹੌਲੀ ਇੱਕਦਮ ਨਹੀਂ ਵੀ ਇੱਕੋ ਸੈਕਿੰਡ 'ਚ ਇੱਕ ਸਮਾਂ ਪਾ ਕੇ ਖੁਦ ਹੀ ਮਿਟੀ ਚੂਕਾ ਭੁਲਾਵਾ। ਚੂਕਾ ਕੀ ਚੁੱਕ ਗਿਆ, ਮੁੱਕਿਆ। ਭੁਲਾਵਾ ਭਰਮ ਭੁਲੇਖਾ ਦੁਬਿਧਾ ਦੁਚਿਤਾਪਨ, ਗੁਰਮਨ ਹੀ ਮੈਂ ਪ੍ਰਗਟਾਇਆ ਜੀ। ਗੁਰੂ ਸਾਹਿਬਾਂ ਨੇ ਮਨ ਹੀ ਮਨ ਹਿਰਦੇ ਦੇ ਅੰਦਰੋਂ ਹੀ ਸਾਖਿਆਤ ਕਰਾ ਦਿੱਤਾ ਪਰਮਾਤਮਾ। ਆਨੰਦ ਮੰਗਲ ਕਲਿਆਣ ਨਿਧਾਨਾ, ਸੂਖ ਸਹਿਜ ਹਰ ਨਾਮ ਵਖਾਨਾ। ਜੋ ਪਰਮ ਪਿਤਾ ਪਰਮਾਤਮਾ ਕਲਿਆਣ ਸਰੂਪ ਹੈ, ਆਨੰਦ ਮੰਗਲ ਸਰੂਪ ਹੈ, ਸਤ ਚੇਤਨ ਆਨੰਦ ਸਦਾ ਆਨੰਦ ਹੈ, ਸੂਖ ਸਹਿਜ ਸਹਿਜ ਸੁਖ ਦਾ ਪ੍ਰਦਾਨ ਕਰਨ ਵਾਲਾ ਹੈ। ਹਰੀ ਦਾ ਨਾਮ ਵਖਾਨਾ, ਵਖਿਆਨ ਕੀਤਾ ਹੋਇਆ ਪ੍ਰਭੂ ਦਾ ਨਾਮ ਮਨ ਕਰਕੇ ਤਨ ਕਰਕੇ ਸੁਖ ਦਿੰਦਾ ਹੈ। ਹੋਏ ਕਿਰਪਾਲ ਸੁਆਮੀ ਆਪਣਾ ਨਾਉ, ਨਾਨਕ ਘਰ ਮੈਂ ਆਇਆ ਜੀਓ। ਸੁਆਮੀ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਉਸ ਮਨੁੱਖ ਤੇ ਕਿਰਪਾਲ, ਕਿਰਪਾ ਦੇ ਵਿੱਚ ਆਏ, ਕਿਰਪਾ ਦੇ ਘਰ ਵਿੱਚ ਆਏ। ਹੋਏ ਕਿਰਪਾਲ ਸੁਆਮੀ ਆਪਣਾ ਨਾਉ, ਨਾਨਕ ਘਰ ਮੈਂ ਆਇਆ ਜੀ। ਸਤਿਗੁਰੂ ਪਰਮੇਸ਼ਰ ਦੇ ਦੁਆਰਾ ਉਪਦੇਸ਼ ਕੀਤਾ ਹੋਇਆ ਨਾਮ ਜਦੋਂ ਜਪਿਆ ਤੇ ਮਨੁਆ ਸੀ ਜਿਹੜਾ ਮਨਸਾ ਧਾਰ ਜੋ ਗੁਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ। ਇਹ ਪ੍ਰਾਰੰਭਲੀ ਪੰਕਤੀ ਚ ਮਹਾਰਾਜ ਨੇ ਵਿਚਾਰ ਦਿੱਤਾ ਸੀ ਕਿ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਦਾ ਵਖਿਆਨ ਕਰਨ ਵਾਲੇ ਨੂੰ ਇਹ ਦਾਤ ਪ੍ਰਾਪਤ ਹੁੰਦੀ, ਇੱਕ ਸਮਾਂ ਪਾ ਕਰਕੇ ਕਿ ਨਾਨਕ ਘਰ ਮੈਂ ਆਇਆ ਜੀਓ। ਉਹ ਜੀਵ ਦਾ ਮਨ ਜਿਹੜਾ ਸਵੈ ਸਥਿਤੀ ਦੇ ਵਿੱਚ ਨਿਜ ਘਰ ਦੇ ਵਿੱਚ ਪ੍ਰਵੇਸ਼ ਹੋਇਆ, ਟਿਕ ਗਿਆ ਹੈ। ਜਿਵੇਂ ਪਿੱਛੇ ਸ਼ਬਦ ਆਇਆ ਸੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਇੱਥੇ ਹੁਣ ਬਚਨ ਆਇਆ ਕਿ ਹੋਏ ਕਿਰਪਾਲ ਸੁਆਮੀ ਆਪਣਾ ਨਾਉ, ਨਾਨਕ ਘਰ ਮੈਂ ਆਇਆ ਜੀਓ। ਹਿਰਦੇ ਅੰਦਰ ਜਿਹੜਾ ਨਾਮ ਸੀ ਪ੍ਰਗਟ ਹੋ ਗਿਆ। ਨਾਨਕ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਇਸ ਪ੍ਰਕਾਰ ਗੁਰੂ ਸਾਹਿਬਾਂ ਦੇ ਪਵਿੱਤਰ ਪਾਵਨ ਸ਼ਬਦ ਦਾ ਬਿਆਨ ਕਰਨਾ ਬੜੀ ਕਠਿਨ ਬਾਤ ਹੈ। ਜਿਵੇਂ ਉਹ ਕਰਵਾਉਂਦੇ ਨੇ, ਜਿਉਂ ਬੁਲਾਵੇ ਤਿਉਂ ਬੋਲੇ, ਸੁਆਮੀ ਕੁਦਰਤ ਕਵਨ ਹਮਾਰੀ। ਸਾਧ ਸੰਗਤ ਕੇ ਅੰਚਲ ਲਾਵੋ, ਜੋ ਪ੍ਰਭ ਕੀ ਅਤ ਪਿਆਰੀ। ਇਸ ਪ੍ਰਕਾਰ ਆਓ ਇਨੀਆਂ ਬੇਨਤੀਆਂ ਪ੍ਰਵਾਨ ਕਰਨਾ। ਭਲਕੇ ਸ਼ਬਦ ਆਵੇਗਾ ਮਾਝ ਮਹੱਲਾ ਪੰਜਵਾ। ਸੁਣ ਸੁਣ ਜੀਵਾ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤ ਭਾਰੀ। ਤੁਮਰੇ ਕਰਤਬ ਤੁਮ ਹੀ ਜਾਣੋ, ਤੁਮਰੀ ਓਟ ਗੋਪਾਲਾ ਜੀ। ਇੱਥੋਂ ਆਪਾਂ ਕਥਾ ਵਿਚਾਰ ਭਲਕ ਦੇ ਸਮੇਂ ਅੱਗੇ ਤੋਰਾਂਗੇ। ਆਓ
समाप्ति ਦੀਆਂ पंक्तियां श्रवण करके अरदास बेनती जुड़ांगे जी। आनंद मंगल कल्याण निधाना, सुख सहज हर नाम वखाना। होए कृपाल स्वामी अपना, नाओ नानक घर मैं आया जियो। वाहिगुरु जी का खालसा, वाहिगुरु जी की फतेह। हे अच्युत हे पार ब्रह्म अविनाशी अगनास, हे पूरन हे सर्ब मैं दुख भंजन गुण तास। हे संगी हे निरंकार, हे निर्गुण सब टेक। हे गोबिंद हे गुण निधान, जाके सदा विवेक। हे अपरंपर हर हरि, है पिहोवनहार। हे संतां कै सदा संग, निधारा आधार। हे ठाकुर हूँ दास रू, मैं निर्गुण गुण नहीं कोय। नानक दीजै नाम दान, राखो ही है परोय। आई प्रभ शरणागति, कृपा निध दयाल। एक अखर हर मन बस्त, नानक होत निहाल। वाहिगुरु नाम जहाज है, चढ़ै सो तरह पार। जो श्रद्धा कर सेवंदे, गुरु पार उतारन हार। जो श्रद्धा कर सेवंदे, गुरु पार उतारन हार। वाहिगुरु जी का खालसा, वाहिगुरु जी की फतेह। तू ठाकुर